ਅੱਜ ਅਸੀਂ ਇੱਕ ਅਜਿਹੀ ਕਿਤਾਬ ਦੀ ਦੁਨੀਆ ਵਿੱਚ ਉਤਰ ਰਹੇ ਹਾਂ ਜੋ ਲਗਭਗ 600 ਸਾਲਾਂ ਤੋਂ ਵੱਡੇ ਦਿਮਾਗਾਂ ਨੂੰ ਚਕਰਾ ਰਹੀ ਹੈ। ਵੋਇਨਿਚ ਮੈਨੂਸਕ੍ਰਿਪਟ। ਕਲਪਨਾ ਕਰੋ, ਇੱਕ ਹੱਥ ਲਿਖਤ ਜਿਸ ਨੂੰ ਨਾ ਤਾਂ ਦੂਜੇ ਵਿਸ਼ਵ ਯੁੱਧ ਦੇ ਕੋਡ ਤੋੜਨ ਵਾਲੇ ਮਾਹਿਰ ਸਮਝ ਸਕੇ, ਨਾ ਨਾਸਾ ਦੇ ਵਿਗਿਆਨੀ। ਤੇ ਹੁਣ 2025 ਵਿੱਚ ਆਧੁਨਿਕ ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ AI ਵੀ ਇਸ ਦਾ ਭੇਦ ਖੋਲਣ ਵਿੱਚ ਕਾਮਯਾਬ ਨਹੀਂ ਹੋ ਸਕੀ। ਇਸ ਨੂੰ ਐਵੇਂ ਨਹੀਂ ਦੁਨੀਆ ਦੀ ਸਭ ਤੋਂ ਰਹੱਸਮਈ ਕਿਤਾਬ ਕਿਹਾ ਜਾਂਦਾ। ਇਸ ਦੇ ਪੰਨੇ ਅਜੀਬ ਪੌਦਿਆਂ, ਤਾਰਿਆਂ ਦੇ ਅਣਜਾਣ ਨਕਸ਼ਿਆਂ ਤੇ ਇੱਕ ਅਜਿਹੀ ਲਿਪੀ ਨਾਲ ਭਰੇ ਹਨ ਜਿਸ ਨੂੰ ਅੱਜ ਤੱਕ ਕੋਈ ਪੜ੍ਹ ਨਹੀਂ ਸਕਿਆ। ਸਾਡੇ ਕੋਲ ਇਸ ਬਾਰੇ ਕੁਝ ਜਾਣਕਾਰੀ ਹੈ, ਇੱਕ ਸਰੋਤ ਤੋਂ ਲਈ ਗਈ, ਤੇ ਅੱਜ ਸਾਡਾ ਮਕਸਦ ਹੈ ਇਸ ਜਾਣਕਾਰੀ ਦੇ ਆਧਾਰ ਤੇ ਇਸ ਕਿਤਾਬ ਦੇ ਇਤਿਹਾਸ, ਇਹਦੇ ਅੰਦਰ ਕੀ ਛਿਪਿਆ, ਇਸ ਨੂੰ ਸਮਝਣ ਦੀਆਂ ਕੋਸ਼ਿਸ਼ਾਂ ਤੇ ਇਹਦੇ ਨਾਲ ਜੁੜੀਆਂ ਵੱਖ-ਵੱਖ ਕਹਾਣੀਆਂ ਦੀ ਗਹਿਰਾਈ ਨਾਲ ਪੜਚੋਲ ਕਰਨਾ। ਅਬ ਜੋ ਹੁਣ ਯੇਲ ਯੂਨੀਵਰਸਿਟੀ ਦੀ ਬਾਇਨੇਕੀ ਲਾਇਬ੍ਰੇਰੀ ਵਿੱਚ ਸੁਰੱਖਿਅਤ ਪਈ ਹੈ, ਸੱਚਮੁੱਚ ਇੱਕ ਵੱਡੀ ਬੁਝਾਰਤ ਹੈ। ਪਰ ਇਹਦਾ ਅਸਲ ਰਹੱਸ ਸਿਰਫ ਇਹ ਅਜੀਬ ਤਸਵੀਰਾਂ ਹੀ ਨਹੀਂ। ਦੇਖੋ, ਅਸਲੀ ਚੁਣੌਤੀ ਹੈ ਉਹ ਅਣਜਾਣ ਭਾਸ਼ਾ ਤੇ ਲਿਪੀ ਜਿਸ ਵਿੱਚ ਇਹ ਲਿਖੀ ਗਈ ਹੈ। ਲਗਭਗ 25 ਵੱਖਰੇ ਅੱਖਰਾਂ ਦੀ ਇਹ ਲਿਪੀ ਜੋ ਬੜੀ ਸਫਾਈ ਨਾਲ ਲਿਖੀ ਲੱਗਦੀ ਹੈ, ਕਿਸੇ ਵੀ ਜਾਣੀ ਪਛਾਣੀ ਭਾਸ਼ਾ ਨਾਲ ਮੇਲ ਨਹੀਂ ਖਾਂਦੀ। ਇਸ ਨੂੰ ਸਮਝਣਾ ਹੀ ਅਸਲ ਪਹਾੜੀ ਹੈ। ਅੱਛਾ, ਤਾਂ ਫਿਰ ਇਸ ਦੇ ਸਫ਼ਰ ਤੋਂ ਸ਼ੁਰੂ ਕਰਦੇ ਹਾਂ। ਇਹ ਕਿਤਾਬ ਆਈ ਕਿੱਥੋਂ? ਸਰੋਤ ਦੱਸਦਾ ਹੈ ਕਿ ਇਹ ਵੈਲਮ ਤੇ ਲਿਖੀ ਗਈ ਹੈ। ਉਹ ਜਾਨਵਰਾਂ ਦੀ ਖੱਲ ਤੋਂ ਬਣਿਆ ਖਾਸ ਕਿਸਮ ਦਾ ਕਾਗਜ਼ ਹੁੰਦਾ ਸੀ, ਹੈ ਨਾ? ਹਾਂਜੀ, ਵੈਲਮ ਉਦੋਂ ਮਹੱਤਵਪੂਰਨ ਦਸਤਾਵੇਜ਼ਾਂ ਲਈ ਇਹੀ ਵਰਤਦੇ ਸੀ। ਕਾਫੀ ਮਜ਼ਬੂਤ ਹੁੰਦਾ। ਤੇ ਇਸ ਦੇ ਲਗਭਗ 240 ਪੰਨੇ ਅੱਜ ਵੀ ਮੌਜੂਦ ਹਨ। ਤੇ ਫਿਰ ਉਮਰ ਦੀ ਗੱਲ ਆਉਂਦੀ ਹੈ। ਰੇਡੀਓ ਕਾਰਬਨ ਡੇਟਿੰਗ ਨੇ ਕੀ ਦੱਸਿਆ? ਹਾਂ, ਰੇਡੀਓ ਕਾਰਬਨ ਡੇਟਿੰਗ ਉਹ ਵਿਗਿਆਨਿਕ ਤਰੀਕਾ ਹੈ। ਉਸਨੇ ਇਹ ਸਾਬਿਤ ਕੀਤਾ ਕਿ ਜਿਸ ਵੈਲਮ ਤੇ ਇਹ ਲਿਖੀ ਹੈ ਉਹ 1400 ਤੇ 1430 ਦੇ ਵਿਚਕਾਰ ਬਣਿਆ ਸੀ। 1400 ਤੋਂ 1430 ਮਤਲਬ ਇਹ ਕਿਤਾਬ ਆਪਣੇ ਆਪ ਵਿੱਚ ਲਗਭਗ 600 ਸਾਲ ਪੁਰਾਣੀ ਹੈ। ਬਿਲਕੁਲ, ਘੱਟੋ-ਘੱਟ ਵੈਲਮ ਤਾਂ 600 ਸਾਲ ਪੁਰਾਣਾ ਹੈ। ਤੇ ਇਸ ਦਾ ਨਾਮ ਵੋਇਨਿਚ ਮੈਨੂਸਕ੍ਰਿਪਟ। ਇਹ ਤਾਂ ਉਸ ਬੰਦੇ ਦੇ ਨਾਮ ਤੇ ਪਿਆ ਜਿਸ ਨੇ ਇਸ ਨੂੰ ਖਰੀਦਿਆ ਸੀ ਸ਼ਾਇਦ। ਹਾਂਜੀ, 1912 ਵਿੱਚ ਇੱਕ ਪੋਲਿਸ਼ ਅਮਰੀਕੀ ਕਿਤਾਬ ਕਲੈਕਟਰ ਸੀ ਵਿਲਫਰੈਡ ਵੋਇਨਿਚ। ਉਹਦੇ ਨਾਮ ਤੇ ਉਹੀ ਇਸ ਨੂੰ ਦੁਨੀਆ ਦੀ ਨਜ਼ਰ ਵਿੱਚ ਲਿਆਏ। ਅੱਛਾ, ਤੇ ਅੱਜ ਜਿਵੇਂ ਤੁਸੀਂ ਕਿਹਾ ਇਹ ਯੇਲ ਯੂਨੀਵਰਸਿਟੀ ਵਿੱਚ ਹੈ, ਕੋਈ ਵੀ ਦੇਖ ਸਕਦਾ ਹੈ। ਹਾਂ, ਲਾਇਬ੍ਰੇਰੀ ਵਿੱਚ ਸਾਂਭੀ ਹੋਈ ਹੈ। ਡਿਜੀਟਲ ਕਾਪੀਆਂ ਤਾਂ ਆਨਲਾਈਨ ਉਪਲਬਧ ਨੇ। ਇੱਥੇ ਵੈਲਮ ਦੀ ਉਮਰ ਦਾ ਪਤਾ ਲੱਗਣਾ ਬਹੁਤ ਅਹਿਮ ਹੈ। ਇਹ 15ਵੀਂ ਸਦੀ ਦਾ ਹੈ। ਇਸ ਨਾਲ ਉਹ ਸ਼ੱਕ ਤਾਂ ਖਤਮ ਹੋ ਜਾਂਦਾ ਹੈ ਕਿ ਇਹ ਕੋਈ ਨਵਾਂ 19ਵੀਂ ਜਾਂ 20ਵੀਂ ਸਦੀ ਦਾ ਬਣਾਇਆ ਧੋਖਾ ਹੈ। ਇਹ ਕਿਤਾਬ ਵਾਕਈ ਪੁਰਾਣੀ ਹੈ। ਹਾਂ, ਇਹ ਤਾਂ ਪੱਕਾ ਹੋ ਗਿਆ ਕਿ ਇਹ ਨਵੀਂ ਨਕਲ ਨਹੀਂ। ਪਰ ਦੇਖੋ, ਇੱਥੇ ਇੱਕ ਪੇਚ ਹੈ। ਇਹ ਸਾਬਿਤ ਹੋਣਾ ਕਿ ਵੈਲਮ ਪੁਰਾਣਾ ਹੈ ਇਹ ਸਾਬਿਤ ਨਹੀਂ ਕਰਦਾ ਕਿ ਉਸ ਸਮੇਂ ਇਸ ਤੇ ਲਿਖੀ ਗਈ ਸਮੱਗਰੀ ਵੀ ਸੱਚੀ ਹੈ ਜਾਂ ਮਤਲਬ ਵਾਲੀ ਹੈ। ਅੱਛਾ, ਕੀ ਪਤਾ ਇਹ 15ਵੀਂ ਸਦੀ ਵਿੱਚ ਹੀ ਕਿਸੇ ਨੇ ਜਾਣਬੁੱਝ ਕੇ ਇੱਕ ਬਹੁਤ ਹੀ ਚਾਲਾਕੀ ਭਰਿਆ ਧੋਖਾ ਤਿਆਰ ਕੀਤਾ ਹੋਵੇ। ਇਸ ਦੀ ਅਸਲੀ ਉਮਰ ਇਸ ਦੇ ਰਹੱਸ ਨੂੰ ਸੁਲਝਾਉਣ ਦੀ ਬਜਾਏ ਹੋਰ ਗਹਿਰਾ ਕਰ ਦਿੰਦੀ ਹੈ। ਜੇ ਇਹ ਉਸ ਸਮੇਂ ਬਣੀ ਸੀ ਤਾਂ ਕਿਉਂ? ਕੌਣ ਸੀ ਉਹ? ਵਾਹ, ਇਹ ਤਾਂ ਬੜਾ ਦਿਲਚਸਪ ਨੁਕਤਾ ਹੈ ਕਿ ਇਸ ਦੀ ਅਸਲੀਅਤ ਹੀ ਇਸ ਨੂੰ ਹੋਰ ਸ਼ੱਕੀ ਬਣਾਉਂਦੀ ਹੈ। ਤਾਂ ਫਿਰ ਆਓ ਦੇਖੀਏ ਕਿ ਇਹਦੇ ਇਹਨਾਂ 600 ਸਾਲ ਪੁਰਾਣੇ ਪੰਨਿਆਂ ਤੇ ਆਖਿਰ ਹੈ ਕੀ ਜੋ ਸਭ ਨੂੰ ਇੰਨਾ ਉਲਝਾ ਰਿਹਾ ਹੈ। ਸਰੋਤ ਮੁਤਾਬਿਕ ਇਹਦੇ ਕੁਝ ਵੱਖ-ਵੱਖ ਹਿੱਸੇ ਲੱਗਦੇ ਨੇ, ਹੈ ਨਾ? ਹਾਂਜੀ, ਮੋٹے ਤੌਰ ਤੇ ਕੁਝ ਭਾਗਾਂ ਵਿੱਚ ਵੰਡਿਆ ਹੋਇਆ ਲੱਗਦਾ। ਪਹਿਲਾ ਹਿੱਸਾ ਹੈ ਬੋਟੈਨੀਕਲ ਯਾਨੀ ਪੌਦਿਆਂ ਬਾਰੇ। ਪਰ ਇਹ ਕੋਈ ਆਮ ਪੌਦੇ ਨਹੀਂ। ਤਸਵੀਰਾਂ ਅਜਿਹੇ ਪੌਦਿਆਂ ਦੀਆਂ ਨੇ ਜੋ ਧਰਤੀ ਤੇ ਕਿਤੇ ਨਹੀਂ ਮਿਲਦੇ। ਹਾਂ, ਬਿਲਕੁਲ ਅਜੀਬ। ਕੁਝ ਹਿੱਸੇ ਜਾਣੇ ਪਛਾਣੇ ਲੱਗਦੇ ਨੇ ਜਿਵੇਂ ਜੜਾਂ ਜਾਂ ਪੱਤੇ, ਪਰ ਪੂਰਾ ਪੌਦਾ ਮਿਲਾ ਕੇ ਦੇਖੋ ਤਾਂ ਕੁਝ ਹੋਰ ਹੀ ਬਣ ਜਾਂਦਾ। ਤੇ ਕਈ ਸੋਚਦੇ ਨੇ ਇਹ ਗੁਪਤ ਜੜੀ ਬੂਟੀਆਂ ਦੇ ਨੁਸਖੇ ਨੇ, ਤੇ ਕਈ ਕਹਿੰਦੇ ਨੇ ਸਭ ਮਨਘੜਤ ਨੇ, ਕਾਲਪਨਿਕ ਪੌਦੇ। ਇਹੀ ਤਾਂ ਰਹੱਸ ਹੈ। ਫਿਰ ਆਉਂਦਾ ਹੈ ਐਸਟ੍ਰੋਨੋਮਿਕਲ ਭਾਗ। ਤਾਰਿਆਂ, ਸੂਰਜ, ਚੰਦ, ਸ਼ਾਇਦ ਗ੍ਰਹਿਾਂ ਦੇ ਗੋਲ ਚਿੱਤਰ। ਹਾਂ, ਗੋਲ ਡਾਇਗ੍ਰਾਮ ਨੇ, ਕਈਆਂ 'ਚ ਰਾਸ਼ੀਆਂ ਦੇ ਚਿੰਨ੍ਹ ਵੀ ਬਣੇ ਨੇ। ਪਰ ਇਹ ਵੀ ਅਜੀਬ ਨੇ, ਉਸ ਸਮੇਂ ਦੇ ਯੂਰਪੀ ਨਕਸ਼ਿਆਂ ਨਾਲ ਮੇਲ ਨਹੀਂ ਖਾਂਦੇ। ਬਿਲਕੁਲ ਵੱਖਰੇ। ਹਾਂ, ਕੁਝ ਤਾਂ ਬਿਲਕੁਲ ਹੀ ਸਮਝ ਤੋਂ ਬਾਹਰ ਨੇ, ਪਤਾ ਨਹੀਂ ਕੀ ਦਰਸਾਉਂਦੇ ਨੇ। ਤੇ ਫਿਰ ਹੈ ਬਾਇਓਲੋਜੀਕਲ ਭਾਗ, ਜਿਹੜਾ ਸ਼ਾਇਦ ਸਭ ਤੋਂ ਵੱਧ ਚਰਚਾ ਵਿੱਚ ਰਹਿੰਦਾ ਹੈ। ਇਸ ਵਿੱਚ ਛੋਟੀ-ਛੋਟੀਆਂ ਨਗਨ ਔਰਤਾਂ ਦੀਆਂ ਬਹੁਤ ਸਾਰੀਆਂ ਤਸਵੀਰਾਂ ਨੇ। ਹਾਂ, ਇਹ ਭਾਗ ਕਾਫੀ ਅਜੀਬ ਹੈ। ਉਹ ਔਰਤਾਂ ਅਕਸਰ ਹਰੇ ਰੰਗ ਦੇ ਪਾਣੀ ਵਰਗੇ ਤਰਲ ਪਦਾਰਥਾਂ ਨਾਲ ਭਰੇ ਟੱਬਾਂ ਵਿੱਚ ਨੇ ਜਾਂ ਅਜੀਬ ਜੀਆਂ ਪਾਈਪਾਂ ਤੇ ਨਾਲੀਆਂ ਨਾਲ ਜੁੜੀਆਂ ਹੋਈਆਂ ਨੇ। ਇਹ ਕੀ ਦਰਸਾਉਂਦਾ ਹੈ? ਇਸ਼ਨਾਨ, ਕੋਈ ਇਲਾਜ ਜਾਂ ਕੁਝ ਹੋਰ? ਇੱਕ ਥਿਊਰੀ ਕਹਿੰਦੀ ਹੈ ਕਿ ਇਹ ਔਰਤਾਂ ਦੀ ਸਿਹਤ ਨਾਲ ਜੁੜਿਆ ਕੋਈ ਗੁਪਤ ਗਿਆਨ ਹੈ। ਹੋ ਸਕਦਾ ਹੈ।
ਉਸ ਸਮੇਂ ਅਜਿਹੀਆਂ ਚੀਜ਼ਾਂ ਗੁਪਤ ਰੱਖੀਆਂ ਜਾਂਦੀਆਂ ਸਨ। ਤੇ ਆਖਰੀ ਹਿੱਸਾ ਕਾਸਮੋਲੋਜੀਕਲ ਕਿਹਾ ਜਾਂਦਾ ਹੈ, ਸ਼ਾਇਦ ਬ੍ਰਹਿਮੰਡ ਜਾਂ ਦੁਨੀਆ ਦੇ ਨਕਸ਼ੇ। ਇਸ ਵਿੱਚ ਬਹੁਤ ਗੁੰਝਲਦਾਰ ਗੋਲ ਡਾਇਗਰਾਮ ਨੇ। ਹਾਂ, ਬਹੁਤ ਗੁੰਝਲਦਾਰ, ਸਮਝਣੇ ਬਹੁਤ ਮੁਸ਼ਕਿਲ ਨੇ। ਤੇ ਇਹਨਾਂ ਵਿੱਚ ਵੀ ਉਹੀ ਅੰਜਾਰ ਲਿਪੀ ਤੇ ਅਜੀਬ ਚਿੰਨ੍ਹ ਵਰਤੇ ਗਏ ਨੇ ਜੋ ਪੂਰੀ ਕਿਤਾਬ ਵਿੱਚ ਨੇ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਮੇਰੇ ਖਿਆਲ 'ਚ ਇਹ ਹੈ ਕਿ ਇਹ ਸਾਰੇ ਚਿੱਤਰ ਜਾਣੀਆਂ ਪਛਾਣੀਆਂ ਚੀਜ਼ਾਂ, ਪੌਦੇ, ਤਾਰੇ, ਇਨਸਾਨੀ ਸਰੀਰ ਨੂੰ ਲੈਂਦੇ ਹਨ, ਪਰ ਉਹਨਾਂ ਨੂੰ ਇਸ ਤਰ੍ਹਾਂ ਪੇਸ਼ ਕਰਦੇ ਹਨ ਜੋ ਬਿਲਕੁਲ ਅਨੋਖਾ ਤੇ ਅਸਾਧਾਰਨ ਹੈ। ਹਾਂ, ਜਿਵੇਂ ਕੋਈ ਜਾਣੀ ਪਛਾਣੀ ਦੁਨੀਆ ਦਾ ਸ਼ੀਸ਼ੇ ਵਿੱਚ ਵਿਗੜਿਆ ਹੋਇਆ ਅਕਸ ਹੋਵੇ। ਬਿਲਕੁਲ। ਇਸ ਨਾਲ ਬੁਨਿਆਦੀ ਸਵਾਲ ਉੱਠਦਾ ਹੈ ਕਿ ਇਹ ਕਿਸੇ ਅਸਲੀ ਪਰ ਗੁਆਚ ਚੁੱਕੇ ਗਿਆਨ ਦਾ ਰਿਕਾਰਡ ਹੈ ਜਾਂ ਇਹ ਸਿਰਫ ਕਿਸੇ ਦੀ ਕਲਪਨਾ ਦੀ ਉਡਾਣ ਹੈ, ਇੱਕ ਕਲਾਕ੍ਰਿਤੀ ਜਿਸ ਦਾ ਸ਼ਬਦਿਕ ਅਰਥ ਕੱਢਣਾ ਹੀ ਗਲਤ ਹੈ, ਜਾਂ ਫਿਰ ਉਹੀ ਧੋਖਾ, ਜਾਂ ਫਿਰ ਜਿਵੇਂ ਪਹਿਲਾਂ ਕਿਹਾ ਕਿ ਇਹ ਸਭ ਕੁਝ ਜਾਣਬੁੱਝ ਕੇ ਉਲਝਾਉਣ ਲਈ ਬਣਾਇਆ ਗਿਆ ਸੀ। ਤੇ ਸਭ ਤੋਂ ਵੱਡੀ ਰੁਕਾਵਟ ਤਾਂ ਉਹ ਲਿਪੀ ਹੀ ਹੈ। ਉਹ ਲਗਭਗ 25 ਅੱਖਰ ਜੋ ਵਾਰ-ਵਾਰ ਆਉਂਦੇ ਨੇ, ਸ਼ਬਦ ਬਣਾਉਂਦੇ ਲੱਗਦੇ ਨੇ, ਪਰ ਅੱਜ ਤੱਕ ਕੋਈ ਭਾਸ਼ਾ ਵਿਗਿਆਨੀ ਜਾਂ ਕ੍ਰਿਪਟੋਗ੍ਰਾਫਰ ਯਾਨੀ ਕੋਡ ਜਾਂ ਗੁਪਤ ਲਿਖਤਾਂ ਨੂੰ ਸਮਝਣ ਵਾਲਾ ਮਾਹਿਰ, ਹਾਂ, ਕੋਈ ਵੀ ਇਹ ਨਹੀਂ ਦੱਸ ਸਕਿਆ ਕਿ ਇਹ ਕਿਹੜੀ ਭਾਸ਼ਾ ਹੈ ਜਾਂ ਇਹਦਾ ਮਤਲਬ ਕੀ ਹੈ। ਇਸ ਲਿਪੀ ਨੂੰ ਤੋੜਨਾ ਹੀ ਇਸ ਬੁਝਾਰਤ ਦੀ ਕੁੰਜੀ ਮੰਨਿਆ ਜਾਂਦਾ ਹੈ। ਇਸ ਨੂੰ ਸਮਝਣ ਦੀਆਂ ਕੋਸ਼ਿਸ਼ਾਂ ਦੀ ਗੱਲ ਕਰੀਏ ਤਾਂ ਇਹ ਵੀ ਕਿਤਾਬ ਜਿੰਨੀ ਹੀ ਪੁਰਾਣੀ ਕਹਾਣੀ ਲੱਗਦੀ ਹੈ। ਸਰੋਤ ਦੱਸਦਾ ਹੈ ਕਿ 16ਵੀਂ ਸਦੀ ਦੇ ਅਖੀਰ ਵਿੱਚ ਉਹ ਪਵਿੱਤਰ ਰੋਮਨ ਸਮਰਾਟ ਰੂਡੋਲਫ ਦੂਜਾ, ਹਾਂ, ਰੂਡੋਲਫ ਦੂਜਾ, ਪ੍ਰਾਗ ਵਿੱਚ, ਉਹ ਅਜਿਹੀਆਂ ਰਹੱਸਮਈ ਚੀਜ਼ਾਂ ਇਕੱਠੀਆਂ ਕਰਨ ਦਾ ਸ਼ੌਕੀਨ ਸੀ। ਉਸਨੇ ਇਸ ਨੂੰ ਬਹੁਤ ਮਹਿੰਗੇ ਭਾਅ ਤੇ ਖਰੀਦਿਆ ਸੀ, ਸ਼ਾਇਦ ਇਸ ਉਮੀਦ ਨਾਲ ਕਿ 13ਵੀਂ ਸਦੀ ਦੇ ਮਸ਼ਹੂਰ ਵਿਦਵਾਨ ਰੋਜਰ ਬੇਕਨ ਦਾ ਕੋਈ ਗੁਪਤ ਕੰਮ ਹੋਵੇਗਾ। ਹਾਂ, ਇਹ ਅਫਵਾਹ ਸੀ ਕਿ ਰੋਜਰ ਬੇਕਨ ਨੇ ਇਹ ਲਿਖੀ ਹੈ। ਉਹ ਬਹੁਤ ਕੁਝ ਕੋਡ ਵਿੱਚ ਲਿਖਦਾ ਸੀ, ਤਾਂ ਰੂਡੋਲਫ ਨੂੰ ਲੱਗਾ ਹੋਣਾ ਕਿ ਸ਼ਾਇਦ ਉਹੀ ਹੈ। ਉਸ ਤੋਂ ਬਾਅਦ ਇਹ ਕਈ ਹੱਥਾਂ ਵਿੱਚੋਂ ਗੁਜ਼ਰੀ ਤੇ ਫਿਰ 1912 ਵਿੱਚ ਵਿਲਫਰੈਡ ਵੋਇਨਿਚ ਕੋਲ ਪਹੁੰਚੀ। ਫਿਰ 20ਵੀਂ ਸਦੀ ਵਿੱਚ ਕਹਿੰਦੇ ਨੇ ਕਿ ਦੂਜੇ ਵਿਸ਼ਵ ਯੁੱਧ ਦੇ ਉਹ ਮਸ਼ਹੂਰ ਕੋਡ ਤੋੜਨ ਵਾਲੇ, ਹਾਂ, ਜਿਨ੍ਹਾਂ ਨੇ ਐਨਿਗਮਾ ਕੋਡ ਤੋੜਿਆ ਸੀ, ਉਹਨਾਂ ਨੇ ਵੀ ਇਸ ਤੇ ਹੱਥ ਅਜ਼ਮਾਇਆ। ਐਲਨ ਟਿਊਰਿੰਗ ਦਾ ਨਾਮ ਵੀ ਆਉਂਦਾ ਹੈ, ਪਰ ਕੋਈ ਸਫਲਤਾ ਨਹੀਂ ਮਿਲੀ। ਬਿਲਕੁਲ ਨਹੀਂ। ਫਿਰ ਕੰਪਿਊਟਰ ਆ ਗਏ, ਹੁਣ AI ਹੈ, ਮਤਲਬ ਮਸ਼ੀਨ ਲਰਨਿੰਗ, ਡੀਪ ਲਰਨਿੰਗ, ਪਰ ਨਤੀਜਾ ਉਹੀ ਸਿਫਰ। ਸਾਡਾ ਸਰੋਤ 2025 ਵਿੱਚ ਹੋਈਆਂ ਕੁਝ ਖਾਸ ਕੋਸ਼ਿਸ਼ਾਂ ਦਾ ਜ਼ਿਕਰ ਕਰਦਾ ਹੈ, ਜਿਵੇਂ ਫਰਵਰੀ 2025 ਵਿੱਚ ਕਲੇਅਰ ਬੋਵਿਨ ਨਾਂ ਦੀ ਇੱਕ ਵਿਦਵਾਨ ਨੇ ਕਿਹਾ ਕਿ ਲਿਖਾਵਟ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਇਸ ਨੂੰ ਇੱਕ ਨਹੀਂ ਸਗੋਂ 5 ਵੱਖ-ਵੱਖ ਲੋਕਾਂ ਨੇ ਲਿਖਿਆ। ਅੱਛਾ, 5 ਲੇਖਕ? ਇਹ ਤਾਂ ਗੱਲ ਹੋਰ ਉਲਝਾਂਦੀ ਹੈ। ਕੀ ਪਤਾ ਹਰ ਇੱਕ ਨੇ ਵੱਖਰਾ ਕੋਡ ਵਰਤਿਆ ਹੋਵੇ ਜਾਂ ਵੱਖਰਾ ਹਿੱਸਾ ਲਿਖਿਆ ਹੋਵੇ। ਹਾਂ, ਪਰ ਇਸ ਨਾਲ ਇਹ ਤਾਂ ਪਤਾ ਲੱਗ ਗਿਆ ਕਿ ਲਿਖਣ ਵਾਲੇ ਕਈ ਸਨ, ਪਰ ਉਹਨਾਂ ਨੇ ਲਿਖਿਆ ਕੀ ਸੀ ਇਹ ਪਤਾ ਨਹੀਂ ਲੱਗਾ। ਫਿਰ ਜੂਨ 2025 ਵਿੱਚ ਸ਼ੇਨ ਗ੍ਰੇਵਜ਼ ਨਾਂ ਦੇ ਇੱਕ ਖੋਜਕਾਰ ਨੇ ਦਾਅਵਾ ਕੀਤਾ ਕਿ ਉਸਨੇ ਦਾਈ ਐਂਕਰ ਮੈਥਡ ਨਾਂ ਦੇ ਇੱਕ ਨਵੇਂ ਤਰੀਕੇ ਨਾਲ ਪੂਰੀ ਕਿਤਾਬ ਦਾ ਅਨੁਵਾਦ ਕਰ ਲਿਆ ਹੈ। ਪੂਰੀ ਕਿਤਾਬ ਦਾ? ਇਹ ਤਾਂ ਬਹੁਤ ਵੱਡਾ ਦਾਅਵਾ ਹੈ। ਉਹ ਕੀ ਕਹਿੰਦਾ ਹੈ, ਕਿਸ ਬਾਰੇ ਹੈ ਇਹ? ਉਸਨੇ ਮੁਤਾਬਿਕ ਇਹ ਕਿਤਾਬ ਜੜੀ ਬੂਟੀਆਂ, ਧਾਰਮਿਕ ਰਸਮਾਂ ਤੇ ਖਾਸ ਕਰਕੇ ਔਰਤਾਂ ਦੀ ਸਿਹਤ ਬਾਰੇ ਹੈ। ਇਹ ਉਸ ਬਾਇਓਲੋਜੀਕਲ ਭਾਗ ਵਾਲੀ ਥਿਊਰੀ ਨਾਲ ਥੋੜਾ ਮਿਲਦਾ ਹੈ, ਪਰ ਕੀ ਉਹਨੇ ਆਪਣਾ ਤਰੀਕਾ ਜਾਂ ਅਨੁਵਾਦ ਸਾਂਝਾ ਕੀਤਾ? ਸਰੋਤ ਮੁਤਾਬਿਕ ਦਾਅਵਾ ਤਾਂ ਹੈ, ਪਰ ਇਸ ਦੀ ਪੁਸ਼ਟੀ ਹੋਣੀ ਬਾਕੀ ਹੈ। ਹਾਂ, ਉਹੀ ਗੱਲ ਹੈ। ਜਦੋਂ ਤੱਕ ਦੂਜੇ ਮਾਹਿਰ ਇਸ ਨੂੰ ਪਰਖ ਨਹੀਂ ਲੈਂਦੇ, ਉਦੋਂ ਤੱਕ ਕੁਝ ਕਿਹਾ ਨਹੀਂ ਜਾ ਸਕਦਾ। ਅਜਿਹੇ ਦਾਅਵੇ ਪਹਿਲਾਂ ਵੀ ਬਹੁਤ ਹੋਏ ਨੇ। ਤੇ ਫਿਰ ਅਗਸਤ 2025 ਵਿੱਚ ਰੈਡਿਟ ਤੇ ਕਿਸੇ ਨੇ ਗੁਮਨਾਮ ਤੌਰ ਤੇ ਕਿਹਾ ਕਿ ਉਸ ਕੋਲ VX2025 ਕੀ ਹੈ ਜਿਸ ਨਾਲ ਇਹ ਡੀਕੋਡ ਹੋ ਸਕਦੀ ਹੈ, ਪਰ ਕੋਈ ਸਬੂਤ ਨਹੀਂ ਦਿੱਤਾ। ਦੇਖੋ, ਇੰਟਰਨੈਟ ਤੇ ਅਜਿਹਾ ਬਹੁਤ ਚੱਲਦਾ ਹੈ। ਬਿਨਾਂ ਸਬੂਤ ਦੇ ਦਾਅਵਿਆਂ ਦਾ ਕੀ ਮੁੱਲ ਹੈ? ਅਸਲ ਗੱਲ ਇਹ ਹੈ ਕਿ ਕਿਸੇ ਅਣਜਾਣ ਲਿਪੀਆਂ ਕੋਡ ਨੂੰ ਸਮਝਣਾ, ਖਾਸ ਕਰਕੇ ਜਦੋਂ ਸਾਨੂੰ ਨਾ ਉਸ ਦੀ ਭਾਸ਼ਾ ਪਤਾ ਹੋਵੇ ਨਾ ਉਸ ਦਾ ਸੰਦਰਭ, ਇਹ ਕ੍ਰਿਪਟੋ ਐਨਾਲਿਸਿਸ ਦੇ ਖੇਤਰ ਵਿੱਚ ਸਭ ਤੋਂ ਔਖਾ ਕੰਮ ਹੁੰਦਾ ਹੈ। ਹਾਂ, ਬਿਨਾਂ ਕਿਸੇ ਤੁਲਨਾਤਮਕ ਚੀਜ਼ ਦੇ, ਜਿਵੇਂ ਰੋਜ਼ੈਟਾ ਸਟੋਨ ਸੀ ਮਿਸਰੀ ਲਿਪੀ ਲਈ। ਬਿਲਕੁਲ, ਇੱਥੇ ਕੋਈ ਰੋਜ਼ੈਟਾ ਸਟੋਨ ਨਹੀਂ ਹੈ। ਇਸੇ ਲਈ ਵੋਇਨਿਚ ਮੈਨੂਸਕ੍ਰਿਪਟ ਇੰਨੇ ਚਿਰ ਤੋਂ ਬੁਝਾਰਤ ਬੜੀ ਹੋਈ ਹੈ। AI ਵਰਗੇ ਤਾਕਤਵਰ ਟੂਲ ਵੀ ਪੈਟਰਨ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਜਦੋਂ ਤੱਕ ਇਹ ਨਹੀਂ ਪਤਾ ਕਿ ਲੱਭਣਾ ਕੀ ਹੈ, ਉਹ ਵੀ ਸੰਘਰਸ਼ ਕਰ ਰਹੇ ਹਨ। ਸਹੀ ਗੱਲ ਹੈ। ਮਤਲਬ ਇੰਨੀਆਂ ਕੋਸ਼ਿਸ਼ਾਂ ਦੇ ਬਾਵਜੂਦ ਵਿਗਿਆਨਿਕ ਭਾਈਚਾਰੇ ਵਿੱਚ ਅਜੇ ਤੱਕ ਕੋਈ ਸਹਿਮਤੀ ਨਹੀਂ ਹੈ ਕਿ ਇਹਦਾ ਅਸਲ ਮਤਲਬ ਕੀ ਹੈ। ਨਹੀਂ, ਬਿਲਕੁਲ ਨਹੀਂ। ਹਾਲੇ ਵੀ ਇੱਕ ਖੁੱਲਾ ਸਵਾਲ ਹੈ। ਬਿਲਕੁਲ, ਤੇ ਜਦੋਂ ਕੋਈ ਪੱਕਾ ਜਵਾਬ ਨਾ ਹੋਵੇ ਤਾਂ ਫਿਰ ਕਿਆਸ ਅਰਾਈਆਂ ਦਾ ਬਾਜ਼ਾਰ ਗਰਮ ਹੋ ਜਾਂਦਾ ਹੈ। ਤੇ ਵੋਇਨਿਚ ਮੈਨੂਸਕ੍ਰਿਪਟ ਬਾਰੇ ਥਿਊਰੀਆਂ ਦੀ ਤਾਂ ਕੋਈ ਕਮੀ ਨਹੀਂ, ਕੁਝ ਤਾਂ ਬੜੀਆਂ ਰੋਮਾਂਚਕ ਨੇ। ਹਾਂਜੀ, ਕਾਫੀ ਸਾਰੀਆਂ ਨੇ।
ਇੱਕ ਤਾਂ ਉਹੀ ਪੁਰਾਣੀ ਗੱਲ ਕਿ ਇਹ ਰੋਜਰ ਬੇਕਨ ਦਾ ਕੋਡ ਵਿੱਚ ਲਿਖਿਆ ਕੰਮ ਹੈ। ਹਾਂ, ਇਹ ਥਿਊਰੀ ਬਾਰ-ਬਾਰ ਆਉਂਦੀ ਹੈ ਪਰ ਇਹਦਾ ਕੋਈ ਠੋਸ ਸਬੂਤ ਨਹੀਂ। ਇੱਕ ਹੋਰ ਬਹੁਤ ਮਸ਼ਹੂਰ ਥਿਊਰੀ ਹੈ ਕਿ ਇਹ ਸਭ ਕੁਝ ਸਿਰਫ ਇੱਕ ਧੋਖਾ ਹੈ, ਇੱਕ ਹੋਕਸ। ਸ਼ਾਇਦ ਕਿਸੇ ਨੇ ਪੈਸੇ ਕਮਾਉਣ ਲਈ ਜਾਂ ਰੂਡੋਲਫ ਵਰਗੇ ਕਿਸੇ ਅਮੀਰ ਨੂੰ ਮੂਰਖ ਬਣਾਉਣ ਲਈ ਇੰਨੀ ਮਿਹਨਤ ਨਾਲ ਇਹ ਜਾਲੀ ਕਿਤਾਬ ਬਣਾਈ। ਹੋਕਸ ਥਿਊਰੀ ਹਮੇਸ਼ਾ ਵਿਚਾਰੀ ਜਾਂਦੀ ਹੈ, ਪਰ ਫਿਰ ਸਵਾਲ ਉਹੀ ਹੈ, 15ਵੀਂ ਸਦੀ ਵਿੱਚ ਇੰਨੀ ਮਿਹਨਤ, ਇੰਨਾ ਵਧੀਆ ਵੈਲਮ, ਇੰਨੇ ਸਾਰੇ ਚਿੱਤਰ ਤੇ ਇੱਕ ਪੂਰੀ ਨਵੀਂ ਗੁੰਝਲਦਾਰ ਲੱਗਣ ਵਾਲੀ ਲਿਪੀ ਸਿਰਫ ਧੋਖੇ ਲਈ ਬਣਾਉਣਾ, ਇਹ ਆਪਣੇ ਆਪ ਵਿੱਚ ਇੱਕ ਵੱਡਾ ਕਾਰਨਾਮਾ ਹੋਵੇਗਾ। ਇਸ ਲਈ ਕਈ ਲੋਕ ਇਸ ਨੂੰ ਰੱਦ ਕਰਦੇ ਹਨ। ਹਾਂ, ਧੋਖਾ ਵੀ ਕਾਫੀ ਸੋਚ ਸਮਝ ਕੇ ਬਣਾਇਆ ਗਿਆ ਲੱਗਦਾ ਫਿਰ। ਤੇ ਫਿਰ ਆਉਂਦੀ ਹੈ ਸਭ ਤੋਂ ਹੈਰਾਨੀਜਨਕ ਥਿਊਰੀ, ਪਰਗ੍ਰਹਿ ਯਾਨੀ ਏਲੀਅਨਸ। ਹਾਂ, ਏਲੀਅਨ ਵਾਲੀ। ਕੁਝ ਲੋਕ ਸੋਚਦੇ ਨੇ ਕਿ ਕਿਉਂਕਿ ਇਸ ਵਿਚਲੇ ਪੌਦੇ ਤੇ ਤਾਰਿਆਂ ਦੇ ਨਕਸ਼ੇ ਧਰਤੀ ਦੇ ਨਹੀਂ ਲੱਗਦੇ, ਤਾਂ ਸ਼ਾਇਦ ਇਹ ਕਿਸੇ ਦੂਜੇ ਗ੍ਰਹਿ ਤੋਂ ਆਇਆ ਸੁਨੇਹਾ ਹੈ। ਸਰੋਤ ਕਹਿੰਦਾ ਹੈ ਕਿ ਨਾਸਾ ਨੇ ਵੀ ਇਸ ਨੂੰ ਸਕੈਨ ਕੀਤਾ। ਦੇਖੋ, ਨਾਸਾ ਤਾਂ ਬਹੁਤ ਸਾਰੀਆਂ ਚੀਜ਼ਾਂ ਸਕੈਨ ਕਰਦੀ ਹੈ, ਪਰ ਏਲੀਅਨ ਥਿਊਰੀ ਜਦੋਂ ਕੋਈ ਚੀਜ਼ ਬਿਲਕੁਲ ਸਮਝ ਨਾ ਆਵੇ ਤਾਂ ਲੋਕ ਅਕਸਰ ਅਸਾਧਾਰਨ ਵਿਆਖਿਆਵਾਂ ਵੱਲ ਜਾਂਦੇ ਹਨ। ਇਹ ਚਿੱਤਰਾਂ ਦੀ ਅਜੀਬਤਾ ਨੂੰ ਤਾਂ ਸ਼ਾਇਦ ਸਮਝਾਉਂਦੀ ਹੈ, ਪਰ ਇਹਦਾ ਕੋਈ ਠੋਸ ਸਬੂਤ ਤਾਂ ਹੈ ਨਹੀਂ। ਸਹੀ ਗੱਲ ਹੈ। ਇੱਕ ਹੋਰ ਥਿਊਰੀ ਹੈ ਜੋ ਬਾਇਓਲੋਜੀਕਲ ਭਾਗ ਦੀਆਂ ਤਸਵੀਰਾਂ ਤੋਂ ਨਿਕਲਦੀ ਹੈ। ਉਹ ਕਹਿੰਦੀ ਹੈ ਕਿ ਇਹ ਔਰਤਾਂ ਦੀ ਸਿਹਤ, ਖਾਸ ਕਰਕੇ ਦਾਈਆਂ ਜਾਂ ਜਨਾਨੀਆਂ ਦੇ ਇਲਾਜ ਨਾਲ ਸੰਬੰਧਿਤ ਕੋਈ ਗੁਪਤ ਡਾਕਟਰੀ ਕਿਤਾਬ ਹੋ ਸਕਦੀ ਹੈ। ਹਾਂ, ਇਹ ਥਿਊਰੀ ਕਾਫੀ ਦਿਲਚਸਪ ਹੈ। ਸ਼ਾਇਦ ਅਜਿਹਾ ਗਿਆਨ ਉਸ ਸਮੇਂ ਦੀ ਕੱਟੜਪੰਥੀ ਚਰਚ ਤੋਂ ਲੁਕਾ ਕੇ ਰੱਖਣਾ ਜ਼ਰੂਰੀ ਸੀ। ਬਿਲਕੁਲ, ਇਹ ਉਹਨਾਂ ਅਜੀਬ ਤਸਵੀਰਾਂ ਨੂੰ ਨਿਹਾਉਂਦੀਆਂ ਔਰਤਾਂ, ਪਾਈਪਾਂ ਇੱਕ ਸੰਦਰਭ ਦੇਣ ਦੀ ਕੋਸ਼ਿਸ਼ ਕਰਦੀ ਹੈ। ਉਸ ਦੌਰ ਵਿੱਚ ਔਰਤਾਂ ਦੀ ਸਿਹਤ ਬਾਰੇ ਬਹੁਤ ਸਾਰਾ ਗਿਆਨ ਮਰਦ ਡਾਕਟਰਾਂ ਦੀ ਪਹੁੰਚ ਤੋਂ ਬਾਹਰ ਸੀ ਤੇ ਅਕਸਰ ਔਰਤਾਂ ਵਿੱਚ ਹੀ ਪੀੜ੍ਹੀ ਦਰ ਪੀੜ੍ਹੀ ਚੱਲਦਾ ਸੀ, ਤਾਂ ਇਸ ਨੂੰ ਗੁਪਤ ਰੱਖਣ ਦਾ ਕਾਰਨ ਸਮਝ ਆਉਂਦਾ ਹੈ। ਤੇ ਸਰੋਤ 2025 ਦੀ ਇੱਕ ਹੋਰ ਨਵੀਂ ਥਿਊਰੀ ਦਾ ਜ਼ਿਕਰ ਵੀ ਕਰਦਾ ਹੈ, ਪ੍ਰੋਟੋ ਸਾਇੰਸ ਟੈਕਸਟ। ਇਸ ਦਾ ਕੀ ਮਤਲਬ ਹੋਇਆ? ਪ੍ਰੋਟੋ ਸਾਇੰਸ ਦਾ ਮਤਲਬ ਹੈ ਵਿਗਿਆਨ ਦਾ ਉਹ ਸ਼ੁਰੂਆਤੀ ਰੂਪ ਜੋ ਅਜੇ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋਇਆ ਸੀ, ਜਿਸ ਵਿੱਚ ਅਕਸਰ ਅਲਕੀਮੀ, ਜੋਤਿਸ਼ ਤੇ ਕੁਦਰਤੀ ਦਰਸ਼ਨ ਰਲੇ ਮਿਲੇ ਹੁੰਦੇ ਸਨ। ਅੱਛਾ, ਜਿਵੇਂ ਅੱਜ-ਕੱਲ ਦਾ ਸਾਇੰਸ ਨਹੀਂ ਸੀ ਉਦੋਂ। ਹਾਂ, ਇਹ ਥਿਊਰੀ ਕਹਿੰਦੀ ਹੈ ਕਿ ਇਹ ਕਿਤਾਬ ਸ਼ਾਇਦ ਉਸ ਦੌਰ ਦੇ ਵਿਗਿਆਨਿਕ ਵਿਚਾਰਾਂ ਦਾ ਰਿਕਾਰਡ ਹੈ, ਪਰ ਇਹ ਕਿਸੇ ਅਜਿਹੀ ਭਾਸ਼ਾ ਜਾਂ ਉਪ-ਭਾਸ਼ਾ ਵਿੱਚ ਲਿਖੀ ਗਈ ਹੈ ਜੋ ਹੁਣ ਗੁੰਮ ਹੋ ਚੁੱਕੀ ਹੈ, ਜਾਂ ਸ਼ਾਇਦ ਕਈ ਪੁਰਾਣੀਆਂ ਯੂਰਪੀ ਭਾਸ਼ਾਵਾਂ ਦਾ ਮਿਸ਼ਰਣ ਹੈ। ਮਤਲਬ ਨਾ ਪੂਰੀ ਤਰ੍ਹਾਂ ਵਿਗਿਆਨ, ਨਾ ਪੂਰੀ ਤਰ੍ਹਾਂ ਜਾਦੂ। ਕੁਝ ਉਸ ਤਰ੍ਹਾਂ ਦਾ। ਇਹ ਥਿਊਰੀ ਇਸ ਨੂੰ ਏਲੀਅਨ ਜਾਂ ਸ਼ੁੱਧ ਧੋਖੇ ਵਰਗੀਆਂ ਅਤੇ ਕਲਪਨਾਤਮਕ ਵਿਆਖਿਆਵਾਂ ਦੀ ਬਜਾਏ ਇਤਿਹਾਸਿਕ ਸੰਦਰਭ ਵਿੱਚ ਰੱਖਣ ਦੀ ਕੋਸ਼ਿਸ਼ ਕਰਦੀ ਹੈ। ਸਮਝ ਗਈ। ਮਤਲਬ ਹਰ ਥਿਊਰੀ ਕਿਤਾਬ ਦੇ ਕਿਸੇ ਨਾ ਕਿਸੇ ਪਹਿਲੂ ਨੂੰ ਫੜ ਕੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ, ਪਰ ਕੋਈ ਵੀ ਪੂਰੀ ਤਸਵੀਰ ਪੇਸ਼ ਨਹੀਂ ਕਰ ਪਾਉਂਦੀ।